नादरीन, आप देख रहे हैं 44 टीवी। मैं आपका मेज़बान सरदार जवेद आशिक डोगर। तो इस वक्त मैं मौजूद हूँ शहर कसूर में और बाबा बुल्ले शाह के दरबार के बिल्कुल सामने बैठे हैं। हमारे पास एक मुतासरा फैमिली मौजूद है, ये भाई मौजूद है। भाई का कहना है कि मैं यानी कि अभी फुटपाथ पे ही सोता हूँ, यहाँ पे ही रहता हूँ, यहाँ से ही मांग कर खाना खाता हूँ। मगर भाई का कहना है कि मेरी तकरीबन 4 मरले 4.5 मरले का घर भी था और मैं रक्षा चलाता था। 4 मरले का घर था और रक्षा चलाकर यानी कि अपनी ज़िंदगी गुजार रहा था। तो भाई की ज़मीन पे किसी लोगों ने कब्ज़ा कर लिया तो भाई दर बदर की ठोकरें खाने पे मजबूर है। बाकी मुकम्मल स्टोरी आपको भाई की ज़बानी सुनाते हैं। इनकी ज़िंदगी में ये वाक़या कैसे पेश आया, किस तरह ये सड़कों पर आ गया और फुटपाथ पर सोने पे मजबूर हो गया। भाई से बात करते हैं और भाई से जानते हैं ये सारा वाक़या। अस्सलाम वालेकुम। अस्सलाम वालेकुम। वालेकुम सलाम। प्यारे भाई ਤੁਹਾਡਾ ਨਾਂ ਕੀ ਹੈਗਾ? मेरा मोहम्मद जहूर। मोहम्मद शोर साहब ਤੁਸੀਂ ਇਹ ਦੱਸੋ जहूर ਜ਼ਹੂਰ मोहम्मद ਜ਼ਹੂਰ ਸਾਹਿਬ ਤੁਸੀਂ ਇਹ ਦੱਸੋ ਕਿ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਦਰਬਾਰ ਦੇ ਸਾਹਮਣੇ ਬੈਠੇ ਹੋਏ ਆ? मैंने इतने दरबार सामने 3 महीने हो गए। 3 ਮਹੀਨੇ ਤੋਂ ਇੱਥੇ ਬੈਠੇ ਹੋਏ ਹੋ। इतने 3 महीने तक ਸੌਂਦੇ ਕਿੱਥੇ ਹੋ? इतने ही सोना, ਇੱਥੇ ਹੀ ਸੌਂਦੇ ਹੋ। इतने ही सोना। ਖਾਣਾ ਪੀਣਾ ਕਿੱਥੋਂ ਖਾਂਦੇ ਹੋ? खाना पीना भी इतों ही कर देंगे। ਜਿਹੜਾ ਕੋਈ ਆਂਦਾ ਹੈ ਦਰਬਾਰ ਸ਼ਰੀਫ ਤੇ ਉਹ ਖਾਣ ਵਾਸਤੇ ਦੇ खाना खाना देंगे। ਤੇ ਤੁਹਾਡੀ ਜਿਹੜੀ ਆਪਦੀ ਘਰ ਦੀ ਕਿੰਨੀ ਜਗ੍ਹਾ ਹੈ ਸੀ? 4 मरले जगह सी भाई 36 27। ठीक है। ਤੇ ਉਹ 4 ਮਰਲੇ ਜਗ੍ਹਾ ਦੇ ਉੱਤੇ ਤੁਸੀਂ ਮੁੱਲ ਖਰੀਦੀ ਸੀ? ਅਸੀਂ ਮੁੱਲ ਖਰੀਦੀ, ਪਲਾਟ ਖਰੀਦ ਕੇ ਮੈਂ ਉਹਨੂੰ ਤਿਆਰ ਕੀਤਾ। ਉੱਤੇ ਮਕਾਨ ਬਣਾਏ ਸਾਜੇ? ਉੱਤੇ ਮਕਾਨ ਬਣਾਇਆ, 2 ਕਮਰੇ 4 ਦੀਵਾਰੀ ਵਿੱਚ ਮੋਟਰ ਲਾਈ, ਗੜਕੀ ਬਣਾਈ। ਠੀਕ ਹੈ। ਤੇ ਉਸ ਬੰਦੇ ਨੇ 50,000 ਰੁਪਇਆ ਮੈਨੂੰ ਦੇ ਕੇ। ਤੁਸੀਂ ਉਹ ਜਗ੍ਹਾ ਕਿਹੜੇ ਬੰਦੇ ਕੋਲ ਲਈ ਸੀ? ਜਗ੍ਹਾ ਲਈ ਸੀ ਮੈਂ, ਉਹ ਹਾਜੀ ਰਈਸ ਹੈਗਾ ਕਿਚਵਾਣੇ ਪਿੰਡ ਦਾ, ਉਹਦੇ ਕੋਲ ਲਈ ਸੀ? ਉਹਦੇ ਕੋਲੋਂ ਲਈ ਸੀ। ਰਜਿਸਟਰੀ ਕਰਵਾਈ ਸੀ ਜਾਂ ਕੋਈ ਸਟਾਂਪ ਵਗੈਰਾ ਹੀ ਕਰਵਾਇਆ? ਸਟਾਮ ਉਹਨੇ ਦਿੱਤਾ ਸੀ, ਉਸ ਟਾਈਮ ਸਟਾਮ ਚੱਲਦਾ ਸੀ। ਉਦੋਂ ਰਜਿਸਟਰੀ ਨਹੀਂ, ਸਟਾਂਪ ਤੇ ਤੁਸੀਂ ਪੈਸੇ ਦੇ ਦਿੱਤੇ? ਸਟਾਮ ਦੇ ਦਿੱਤੇ। ਜਦੋਂ ਤੁਸੀਂ ਜਗ੍ਹਾ ਲਈ ਸੀ ਤੇ ਉਹਨੂੰ ਕਿੰਨੇ ਪੈਸੇ ਦਿੱਤੇ ਸੀ? ਉਹਨੂੰ 2 ਲੱਖ ਰੁਪਏ। 2 ਲੱਖ 'ਚ 4 ਮਰਲੇ ਜਗ੍ਹਾ ਲਈ? 4 ਮਰਲੇ ਜਗ੍ਹਾ ਲਈ। ਉਹ ਬਾਅਦ ਤੇ ਉਹਦੇ ਉੱਤੇ ਖਰਚਾ ਮੈਂ ਬੜਾ ਕੀਤਾ। ਖਰਚਾ ਕਰਕੇ ਮਕਾਨ ਬਣਾਏ? 2 ਮਕਾਨ ਬਣਾਏ, ਫਿਰ ਟੀਅਰ ਗਾਰਡ ਦੀ ਛੱਤ ਪਾਈ। ठीक है। 4 ਦੀਵਾਰੀ ਕੀਤੀ, ਮੋਟਰ ਲਾਈ, ਗਰਕੀ ਬਣਾਈ। ਤੇ ਮਾਈ ਫੌਤ ਹੋ ਗਈ। ਉਹ ਤੋਂ ਤੁਹਾਡੀ ਵਾਲਦਾ ਫੌਤ ਹੋ ਗਈ? ਹਾਂ, ਵਾਲਦਾ ਫੌਤ ਹੋ ਗਈ। ਉਹ ਤੋਂ ਬਾਅਦ ਉਹਨਾਂ ਨੇ ਭਾਜੀ ਮੈਨੂੰ ਦਫ਼ਤਰ ਬੁਲਾਇਆ। ਦਫ਼ਤਰ ਬੁਲਾ ਕੇ ਮੇਰੇ ਕੋਲ ਸਾਈਨ ਅੰਗੂਠੇ ਕਰਾਏ ਸੀ। 50,000 ਰੁਪਏ ਦਿੱਤੇ ਕਿ ਬਿਆਨਾ ਬਕਾਇਆ ਤੈਨੂੰ ਫਿਰ ਦੇਵਾਂਗੇ। ਤੁਹਾਡੀ ਗੱਲ ਕਿੰਨੇ 'ਚ ਹੋਈ ਸੀ? ਠੀਕ ਹੈ। ਗੱਲ 8 'ਚ ਹੋਈ ਸੀ। 8 ਲੱਖ ਰੁਪਏ 'ਚ ਗੱਲ ਹੋਈ ਤੇ 50,000 ਦੇ ਕੇ ਉਹਨਾਂ ਸਟਾਂਪ ਕਰਵਾ ਲਿਆ? ਸਟਾਮ ਕਰਵਾ ਲਿਆ। ਬਾਕੀ ਪੈਸੇ 7.5 ਲੱਖ ਬਾਅਦ ਤੇ ਦਿੱਤਾ ਜਾਏਗਾ? ਬਾਅਦ ਦਿੱਤਾ ਜਾਏਗਾ। ਬਾਅਦ ਤੇ 7.5 ਨਹੀਂ ਮਿਲਿਆ? 8 ਦਿਨਾਂ ਬਾਅਦ ਉਹਨੇ ਤਾਲਾ ਤੋੜ ਕੇ ਤੇ ਉਹਨੇ ਕਬਜ਼ਾ ਕਰ ਲਿਆ। ਮੈਨੂੰ ਮੈਂ ਜਾਂਦਾ ਸੀ, ਘਰੇ ਕਰਦਾ ਸੀ। ਜਿਹਨੇ ਕਮਿਸ਼ਨ ਲਏ ਉਹ ਵੀ ਮੇਰੇ ਨਾਲ ਨਹੀਂ ਟੁਰਦਾ ਸੀ। ਕੋਈ ਵੀ ਨਹੀਂ ਟੁਰਦਾ? ਉਹਨੇ ਵੀ ਉਧਰੋਂ 15,000 ਲੈ ਲਿਆ ਸੀ। ਕੋਈ ਵੀ ਨਹੀਂ ਟੁਰਦਾ। ਉਹਦਾ ਭਰਾ ਉੱਥੋਂ ਦਾ ਨਾਜ਼ਮ ਹੈ ਪਿੰਡ ਦਾ, ਉਹ ਵਕੀਲ ਹੈ। ਠੀਕ ਹੈ। ਜਿਹਨਾਂ ਨੇ ਕਬਜ਼ਾ ਕਰ ਲਿਆ। ਇਹ ਮੇਰੇ ਨਾਲ ਵਾਕਿਆ ਨਾਲ ਆਂਢੀ ਗੁਆਂਢੀ ਵੀ ਦੱਸਣਗੇ। ਤੇ ਤੁਸੀਂ ਨਸ਼ੇ ਤੇ ਕਿਵੇਂ ਲੱਗ ਗਏ? ਬਸ ਨਸ਼ੇ ਤੇ ਲੱਗ ਗਏ। ਉਹਨੇ ਹੀ ਲਾਇਆ 1-2 ਦਫਾ। ਉਹਨੇ ਮੇਰਾ ਕਾਨੇ ਦਾ ਪਰਚਾ ਵੀ ਕਰਵਾਇਆ। ਮੈਂ ਜਦੋਂ ਜੇਲ੍ਹ ਚਲਾ ਗਿਆ ਨਾ, ਉਹਨੇ ਮੋਲ ਕਬਜ਼ਾ ਕੀਤਾ। ਨਸ਼ਾ ਕਾਹਦਾ ਕਰਦੇ ਹੋ? ਨਸ਼ਾ ਪਾਊਡਰ ਦਾ ਕਰ ਲਿਆ। ਪਾਊਡਰ ਪੀਂਦੇ ਹੋ? ਹਾਂ। ਤੇ ਇਹ ਇਸੇ ਵਜ੍ਹਾ ਨਾਲ ਉਹਨੇ ਮੇਰਾ ਕਬਜ਼ਾ ਘਰ ਖੋਹ ਲਿਆ। ਇਹ ਨਹੀਂ ਚਾਹੀਏ ਨੇ ਮੇਰਾ ਕੀ ਕਰਨਾ। ਬਿਲਕੁਲ ਸਹੀ। ਠੀਕ। ਤੇ ਰੋਜ਼ਾਨਾ ਦਾ ਕਿੰਨਾ ਪਾਊਡਰ ਪੀ ਲੈਂਦੇ ਹੋ? ਰੋਜ਼ਾਨਾ ਦਾ ਕੋਈ ਨਹੀਂ, ਬਸ 100-200 ਦਾ ਪੀ ਲਈਦਾ। ਬਾਈ ਤੇ ਰੋਟੀ ਮਸੇ ਪੂਰੀ ਗਈ। ਹੁਣ ਤਾਂ ਪੀ ਵੀ ਨਹੀਂ ਰਿਹਾ। ਹੁਣ ਤਾਂ ਪੀ ਵੀ ਨਹੀਂ ਰਿਹਾ। ਬੈਠੇ ਆ। ਹੁਣ ਛੱਡ ਦਿੱਤਾ ਵੇ? ਹਾਂ। ਜਦੋਂ ਪਹਿਲੋਂ ਕੰਮ ਕਰਦੇ ਸਾਜੇ ਉਦੋਂ ਪੀਂਦੇ ਸਾਜੇ? ਹਾਂ, ਜਦੋਂ ਕੰਮ ਕਰਦਾ ਉਦੋਂ ਪੀਂਦਾ ਸੀ। ਤੁਹਾਡੇ ਕੋਈ ਭੈਣ ਭਰਾ ਨਹੀਂ ਹੈਗੇ? ਭੈਣ ਭਰਾ ਹੈਗਾ ਮੇਰਾ। ਉਹ ਨਹੀਂ ਤੁਹਾਡੇ ਨਾਲ ਤਾਮਨ ਕਰਦੇ? ਨਹੀਂ, ਉਹ ਪਿੱਛੇ ਪਿੰਡ ਹੈਗਾ। ਪਿੰਡ ਹੀ ਰਹਿੰਦੇ ਨੇ? ਉਹ ਪਿੰਡ ਹੀ ਰਹਿੰਦੇ ਨੇ। ਤੇ ਉਹ ਤੁਹਾਨੂੰ ਘਰ ਆਪਦੇ ਘਰ 'ਚ ਨਹੀਂ ਬਹਿਣ ਵਾਸਤੇ ਜਗ੍ਹਾ ਦੇ ਰਿਹਾ? ਨਹੀਂ ਜਿਹੜੇ ਭੈਣ ਭਰਾ ਹੈਗੇ ਨੇ? ਭੈਣ ਭਰਾ ਦੇ ਰਹੇ ਨੇ ਜਗ੍ਹਾ ਬਹਿਣ ਲਈ। ਠੀਕ ਤੇ ਹੈ। ਫਿਰ ਤੁਸੀਂ ਘਰ ਕਿਉਂ ਨਹੀਂ ਚਲੇ ਜਾਂਦੇ? ਇੱਥੇ ਸੜਕ ਤੇ ਕਿਉਂ ਬੈਠੇ ਹੋਏ? ਸੜਕ ਤੇ ਇਸ ਲਈ ਬੈਠਾ, ਮੈਂ ਇਸ ਰੋਲੇ 'ਚ ਬੈਠਾ। ਮੈਨੂੰ ਕੋਈ ਬੰਦਾ ਮਤ ਲੱਗੇ। ਮੈਂ ਇਹ ਜਿਹੜਾ ਆਪਣਾ ਕਰਜ਼ਾ ਕੀਤਾ, ਸਾਰੀ ਜ਼ਿੰਦਗੀ ਮੈਂ ਇੱਧਰ ਗੁਜ਼ਾਰੀ। ਉਹਨਾਂ ਦੇ ਨਾਲ ਛੋਟਾ ਹੁੰਦਾ ਤੇ ਇਹ ਜਗ੍ਹਾ 'ਤੇ ਉਹਨਾਂ ਨੇ ਮੇਰਾ ਕਬਜ਼ਾ ਕੀਤਾ ਹੈ। ਤੇ ਉੱਥੋਂ ਮੈਂ ਤਾਂ ਇੱਥੇ ਆਇਆ ਮੈਨੂੰ ਮੇਲੇ 'ਤੇ। ਉਦੋਂ ਫਿਰ ਮੈਂ ਇੱਥੇ ਹੀ ਹੈਗਾ। ਕਿੰਨੀ ਦੇਰ ਹੋ ਗਈ ਤੁਹਾਡੀ ਜਗ੍ਹਾ ਨੂੰ ਖੁੱਸੇ ਹੋਏ, ਕਬਜ਼ਾ ਕੀਤੇ ਹੋਏ? ਹੋ ਗਿਆ ਕੋਈ 1.5 ਸਾਲ ਹੋ ਗਿਆ। ਸਾਲ 1.5 ਸਾਲ ਹੋ ਗਿਆ? ਹਾਂ। ਉਦੋਂ ਦੇ ਯਾਨੀ ਕਿ ਤੁਸੀਂ ਪਰੇਸ਼ਾਨ? ਤੇ ਜਿਹੜਾ ਰਕਸ਼ਾ ਚਲਾਉਂਦੇ ਸਾਜੇ ਉਹ ਵੇਚ ਦਿੱਤਾ ਜੀ? ਰਕਸ਼ਾ ਕਿਸ਼ਤਾਂ ਦਾ ਕਿਸ਼ਤ ਨਹੀਂ ਦਿੱਤੀ ਗਈ। ਉਹਨੇ ਵਾਪਸ ਲੈ ਲਿਆ ਵੇ? ਵਾਪਸ ਲੈ ਲਿਆ ਰਕਸ਼ਾ ਨੇ। ਤੇ ਤੁਸੀਂ ਹੁਣ ਵੇਖਣ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਤੁਹਾਡੇ ਨਾਲ ਇਨਸਾਫ ਕੀਤਾ ਜਾਵੇ? ਸਾਡੇ ਨਾਲ ਇਨਸਾਫ ਕੀਤਾ ਜਾਏ। ਸਾਡਾ ਹੱਕ ਜੋ ਬਣਦਾ ਹੈ ਉਹ ਸਾਨੂੰ ਮਿਲ ਜਾਏ। ਸ਼ਨਾਖਤੀ ਕਾਰਡ ਬਣਿਆ ਜੀ? शनाख्ती कार्ड बनया जी गुम हो गया। गुम हो गया? हाँ जी।
जी नाज़रीन, ये एक भाई हैं और दरबार आलिया के बाहर ही बैठे हुए हैं। भाई का कहना है कि मुझे तकरीबन 3 माह हो गए इधर से ही बैठा है, इधर से ही खाता है और इधर से ही यानी कि रात को सड़क पर ही सोता है। तो इसकी आपको स्टोरी सुनाई, सड़क पर आने की वजह बताई। भाई का कहना है कि मेरे 4 महल्ले का घर भी था और मैं रक्षा चलाता था, मगर किसी बदबख्त को बोलेंगे जिस इंसान ने इसको पाउडर पे लगा दिया और पाउडर का नशा करने लगा। पाउडर का नशा करने के बाद भाई सड़क पे आ गए हैं। तो जो इसका मकान बकौल भाई का बकौल है कि मैंने वो 2 लाख में लिया, तो स्टाम्प पे वो मकान लिया। तो उसके बाद क्या किया, जिससे मकान ख़रीदा था उसने मुझे बोला कि आप मुझसे 8 लाख रुपया ले लें। तो 8 लाख रुपए में इन्होंने अपना घर बनाया। 1 मकान बनाया, 2 बनाए? 2 मकान बनाए। 2 मकान भाई ने तमीर किए प्लाट लेकर। तो उसके बाद 8 लाख रुपए में सौदा किया। सौदा करने के बाद इसने स्टाम्प कर दिया। स्टाम्प करने के बाद वो 50,000 रुपया उन्होंने दिया और बाकी 7.5 लाख रुपया वो नहीं दिया और इसके मकान पे उन्होंने कब्ज़ा कर लिया बकौल भाई के। बाकी खुदा जानता है इसमें सच क्या है झूठ क्या है, मगर भाई के कहने सच बोल रहे हैं। मैं सच बोल रहा हूँ। तो महल्लेदारां तो पूछ ला मैं, ठीक है ना, मैं बिल्कुल सच बोल रहा हूँ। भाई का कहना है कि मेरे महल्ले से पूछा जाए, मेरे महल्ले के बसने वाले लोगों से पूछा जाए, मैं बिल्कुल सच बात कर रहा हूँ। तो बाकी अगर इसकी ज़मीन पर अगर किसी ने कब्ज़ा किया है तो हम आला हकाम से भी अपील करेंगे कि फ़ौरी तौर पे नोटिस लिया जाए और इस गरीब आदमी की जो 4.5 मरला या 4 मरला घर है उसको खाली करवाया जाए, इसके हवाले कर दिया जाए। तो अभी इसका कहना है कि मैंने नशा भी छोड़ दिया और पाउडर का जो नशा करता था अभी मैंने छोड़ दिया है। मैं अपनी जो बाकी ज़िंदगी है वो अपने घर में गुजारना चाहता हूँ। मेरी भी ख्वाहिश है कि मैं अपने घर में ज़िंदगी गुजारूँ, सड़क पर ज़िंदगी ना गुजार सकूँ। तो इसी के साथ अपने मेज़बान सरदार जवेदा शुडोगर को दीजिए इजाज़त। अल्लाह निगहबान।